ਪਿਆਰੇ ਵਿਦਿਆਰਥੀਓ, ਜਿਵੇਂ ਕਿ ਆਪਾਂ ਜਾਣਦੇ ਹੀ ਹਾਂ ਕਿ ਆਪਾਂ 8ਵੀਂ ਜਮਾਤ ਦੇ ਸਮਾਜਿਕ ਵਿਗਿਆਨ ਦੇ ਇਤਿਹਾਸ ਵਿੱਚੋਂ ਪਾਠ 13 ਬਸਤੀਵਾਦ ਅਤੇ ਕਬਾਇਲੀ ਸਮਾਜ ਸੰਬੰਧੀ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਤੋਂ ਪਹਿਲਾਂ ਆਪਾਂ ਇਸ ਦੇ 3 ਭਾਗਾਂ ਵਿੱਚ ਕਬਾਇਲੀ ਸਮਾਜ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ। ਪਿਆਰੇ ਵਿਦਿਆਰਥੀਓ, ਅੱਜ ਆਪਾਂ ਸਮਾਜਿਕ ਵਿਗਿਆਨ ਦੇ ਪਾਠ 13 ਬਸਤੀਵਾਦ ਅਤੇ ਕਬਾਇਲੀ ਸਮਾਜ ਦੇ ਆਖਰੀ ਭਾਗ 4 ਵਿੱਚ ਕਬਾਇਲੀ ਸਮਾਜ ਦੇ ਵਿਦਰੋਹ ਬਾਰੇ ਪੂਰਨ ਜਾਣਕਾਰੀ ਪ੍ਰਾਪਤ ਕਰਾਂਗੇ। ਅਸੀਂ ਇਸ ਪਾਠ ਦੇ ਭਾਗ 1 ਵਿੱਚ ਕਬਾਇਲੀ ਸਮਾਜ ਬਾਰੇ ਪੜ੍ਹਿਆ ਸੀ। ਭਾਗ 2 ਵਿੱਚ ਉਹਨਾਂ ਦੀ ਆਰਥਿਕ ਦਸ਼ਾ ਵਿੱਚ ਤਬਦੀਲੀਆਂ ਸੰਬੰਧੀ ਜਾਣਿਆ ਸੀ ਅਤੇ ਉਹਨਾਂ ਦੁਆਰਾ ਕੀਤੇ ਵਿਦਰੋਹ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਫਿਰ ਬੱਚਿਓ, ਭਾਗ 3 ਵਿੱਚ ਆਪਾਂ ਹੋਰ ਕਬੀਲਿਆਂ ਦੁਆਰਾ ਇਕੱਠੇ ਹੋ ਕੇ ਅੰਗਰੇਜ਼ਾਂ ਵਿਰੁੱਧ ਕੀਤੀਆਂ ਗਈਆਂ ਬਗਾਵਤਾਂ ਬਾਰੇ ਪੜ੍ਹਿਆ ਸੀ। ਸਮੁੱਚੇ ਰੂਪ ਵਿੱਚ ਅੰਗਰੇਜ਼ਾਂ ਨੇ ਫਸਲਾਂ ਦਾ ਵਾਣਿਜੀਕਰਨ ਕੀਤਾ, ਪਰ ਲੋਕਾਂ ਦੀ ਆਰਥਿਕ ਹਾਲਤ ਹੋਰ ਮਾੜੀ ਹੋ ਗਈ, ਭਾਵ ਕਿ ਲੋਕ ਹੋਰ ਗਰੀਬ ਹੋ ਗਏ। ਉਹਨਾਂ ਨੂੰ ਸਮਝ ਆ ਗਈ ਸੀ ਕਿ ਸਾਡੇ ਦੁੱਖਾਂ ਦਾ ਕਾਰਨ ਅੰਗਰੇਜ਼ਾਂ ਦੀਆਂ ਭਾਰਤੀ ਲੋਕਾਂ ਪ੍ਰਤੀ ਗਲਤ ਨੀਤੀਆਂ ਸਨ। ਇਹਨਾਂ ਤੋਂ ਛੁਟਕਾਰਾ ਪਾਉਣ ਲਈ ਕਬਾਇਲੀ ਲੋਕਾਂ ਨੇ ਬਗਾਵਤ ਜਾਂ ਵਿਦਰੋਹ ਦਾ ਰਸਤਾ ਚੁਣਿਆ। ਅੰਗਰੇਜ਼ੀ ਰਾਜ ਵਿਰੁੱਧ ਸੰਥਾਲ ਵਿਦਰੋਹਾਂ ਵਾਂਗ ਮੁੰਡਾ ਜਾਤੀ ਦਾ ਵਿਦਰੋਹ ਵੀ ਮਹੱਤਵਪੂਰਨ ਸੀ। ਮੁੰਡਾ ਜਾਤੀ ਦੇ ਲੋਕ ਬਿਹਾਰ ਇਲਾਕੇ ਦਾ ਇੱਕ ਪ੍ਰਸਿੱਧ ਕਬੀਲਾ ਸੀ। ਅੰਗਰੇਜ਼ੀ ਰਾਜ ਸਮੇਂ ਬਹੁਤ ਸਾਰੇ ਗੈਰ ਕਬਾਇਲੀ ਲੋਕ ਕਬਾਇਲੀ ਇਲਾਕਿਆਂ ਵਿੱਚ ਆ ਕੇ ਰਹਿਣ ਲੱਗ ਪਏ। ਉਹਨਾਂ ਨੇ ਆ ਕੇ ਕਬਾਇਲੀ ਲੋਕਾਂ ਦੀਆਂ ਜ਼ਮੀਨਾਂ ਖੋਹ ਲਈਆਂ ਸੀ। ਇਸ ਸਮੇਂ ਦੌਰਾਨ ਕਬੀਲੇ ਦੇ ਲੋਕਾਂ ਨੂੰ ਗੈਰ ਕਬਾਇਲੀ ਲੋਕਾਂ ਦੇ ਅਧੀਨ ਮਜ਼ਦੂਰਾਂ ਵਾਂਗ ਕੰਮ ਕਰਨਾ ਪੈ ਰਿਹਾ ਸੀ ਜਾਂ ਉਹਨਾਂ ਨੂੰ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ। ਮੁੰਡਾ ਜਾਤੀ ਦੇ ਆਗੂ, ਜਿਸ ਨੂੰ ਵਿਰਸਾ ਮੁੰਡਾ ਕਿਹਾ ਜਾਂਦਾ ਸੀ, ਦੀ ਅਗਵਾਈ ਵਿੱਚ ਮੁੰਡਾ ਕਬੀਲੇ ਦੇ ਲੋਕਾਂ ਦੁਆਰਾ ਵਿਦਰੋਹ ਕੀਤਾ ਗਿਆ। ਸੰਨ 1899 1900 ਈਸਵੀ ਵਿੱਚ ਇਹ ਪ੍ਰਮੁੱਖ ਵਿਦਰੋਹ ਰਾਂਚੀ ਦੇ ਦੱਖਣੀ ਇਲਾਕੇ ਵਿੱਚ ਸ਼ੁਰੂ ਹੋਇਆ। ਇਸ ਵਿਦਰੋਹ ਦਾ ਪ੍ਰਮੁੱਖ ਉਦੇਸ਼ ਅੰਗਰੇਜ਼ਾਂ ਨੂੰ ਭਜਾ ਕੇ ਇਸ ਇਲਾਕੇ ਵਿੱਚ ਮੁੰਡਾ ਰਾਜ ਸਥਾਪਿਤ ਕਰਨਾ ਸੀ। ਸੋ ਬੱਚਿਓ, ਆਪਾਂ ਨੂੰ ਪਤਾ ਲੱਗਦਾ ਹੈ ਕਿ ਅੰਗਰੇਜ਼ ਕਬਾਇਲੀ ਇਲਾਕਿਆਂ ਵਿੱਚ ਜਦੋਂ ਘੁਸਪੈਠ ਕਰਨ ਲੱਗੇ, ਉੱਥੇ ਹੋਰ ਲੋਕਾਂ ਨੂੰ ਵਸਾਉਣ ਲੱਗੇ, ਤਾਂ ਇਸ ਨਾਲ ਜਿਹੜੇ ਕਬਾਇਲੀ ਲੋਕਾਂ ਦਾ ਆਪਣਾ ਰਹਿਣ ਸਹਿਣ ਸੀ, ਜੋ ਉਹਨਾਂ ਦਾ ਪੁਰਾਤਨ ਤਰੀਕੇ ਨਾਲ ਉਹ ਆਪਣਾ ਰਹਿਣ ਸਹਿਣ ਰੱਖਦੇ ਸਨ ਅਤੇ ਆਪਣਾ ਗੁਜ਼ਾਰਾ ਕਰਦੇ ਸਨ, ਉਹਨਾਂ ਵਿੱਚ ਹੁਣ ਦਖਲ ਅੰਦਾਜ਼ੀ ਗੈਰ ਕਬਾਇਲੀ ਲੋਕਾਂ ਦੀ ਹੋਣ ਲੱਗੀ, ਜਿਸ ਕਾਰਨ ਉਹਨਾਂ ਦਾ ਜਿਹੜਾ ਜੀਵਨ ਸੀ ਉਹ ਹੁਣ ਆਪਣੀ ਲੀਹ ਤੋਂ ਹਿੱਲਦਾ ਜਾ ਰਿਹਾ ਸੀ। ਸੋ ਇਸ ਲਈ ਬਿਹਾਰ ਦੇ ਇਲਾਕੇ ਵਿੱਚ ਮੁੰਡਾ ਜਾਤੀ ਦੇ ਲੋਕਾਂ ਨੇ ਵੀ ਇਸ ਗੱਲ ਨੂੰ ਮਹਿਸੂਸ ਕੀਤਾ ਅਤੇ ਇਸ ਨੂੰ ਉਹਨਾਂ ਨੇ ਆਪਣੇ ਜੀਵਨ ਵਿੱਚ ਇੱਕ ਬੇਲੋੜੀ ਦਖਲ ਅੰਦਾਜ਼ੀ ਸਮਝੀ ਅਤੇ ਉਹਨਾਂ ਨੇ ਫਿਰ ਇਸ ਦਾ ਵਿਰੋਧ ਵੀ ਕੀਤਾ, ਜੋ ਕਿ ਵਿਦਰੋਹ ਦੇ ਰੂਪ ਵਿੱਚ ਅੱਗੇ ਆਇਆ। ਅਤੇ ਮੁੰਡਾ ਜਾਤੀ ਦੇ ਲੋਕ ਅੰਗਰੇਜ਼ੀ ਨੀਤੀਆਂ ਦਾ ਵਿਰੋਧ ਕਰਦੇ ਸੀ ਅਤੇ ਉਹਨਾਂ ਦਾ ਹੁਣ ਉਦੇਸ਼ ਹੋ ਗਿਆ ਸੀ ਕਿ ਅਸੀਂ ਅੰਗਰੇਜ਼ਾਂ ਨੂੰ ਭਜਾ ਕੇ ਇਸ ਇਲਾਕੇ ਵਿੱਚ ਜਾਂ ਆਪਣੇ ਇਲਾਕੇ ਵਿੱਚ ਅਸੀਂ ਮੁੰਡਾ ਰਾਜ ਸਥਾਪਿਤ ਕਰਨਾ ਹੈ। ਸੋ ਉਸ ਦੇ ਲਈ ਆਪਾਂ
ਜਾਣਦੇ ਹਾਂ ਉਹਨਾਂ ਨੇ ਕੀ ਕੀਤਾ। ਆਓ। ਬਿਰਸਾ ਮੁੰਡਾ ਇੱਕ ਸ਼ਕਤੀਸ਼ਾਲੀ ਆਦਮੀ ਸੀ। ਬਿਰਸਾ ਮੁੰਡਾ ਕਬੀਲੇ ਦਾ ਇੱਕ ਸੁਲਝਿਆ ਹੋਇਆ ਵਿਦਵਾਨ, ਇੱਕ ਤਕੜਾ ਜਾਂ ਇੱਕ ਬਲਸ਼ਾਲੀ ਆਦਮੀ ਸੀ। ਤੇ ਕਹਿੰਦੇ ਹਨ ਉਸ ਕੋਲ ਦੈਵੀ ਸ਼ਕਤੀਆਂ ਸਨ। ਉਸ ਦੀ ਸੂਝ-ਬੂਝ ਉੱਚੀ ਸੀ। ਉਸ ਨੂੰ ਚੰਗੇ ਮਾੜੇ ਦੀ ਪਰਖ ਸੀ। ਲੋਕ ਉਸ ਦੀਆਂ ਗੱਲਾਂ 'ਤੇ ਵਿਸ਼ਵਾਸ ਕਰਦੇ ਸਨ ਅਤੇ ਸਥਾਨਕ ਲੋਕ ਉਸ ਨੂੰ ਪਰਮਾਤਮਾ ਦਾ ਦੂਤ ਮੰਨਦੇ ਸਨ ਕਿ ਪਰਮਾਤਮਾ ਨੇ ਇਹ ਸਾਡੇ ਭਲੇ ਲਈ ਸਾਡੇ ਵਿੱਚ ਭੇਜਿਆ ਹੈ ਅਤੇ ਇਹ ਸਾਨੂੰ ਸਾਡੇ ਦੁੱਖਾਂ ਤੋਂ ਛੁਟਕਾਰਾ ਦਵਾ ਦੇਵੇਗਾ। ਇਸ ਲਈ ਉਹ ਬਿਰਸਾ ਮੁੰਡਾ 'ਤੇ ਬਹੁਤ ਵਿਸ਼ਵਾਸ ਕਰਦੇ ਸਨ ਅਤੇ ਬਿਰਸਾ ਮੁੰਡਾ ਵੀ ਉੱਚੀ ਸੂਝ-ਬੂਝ ਦਾ ਹੋਣ ਕਰਕੇ ਹਰ ਕੰਮ ਨੂੰ, ਹਰ ਪਹਿਲੂ ਨੂੰ ਵਿਚਾਰ ਕੇ ਫਿਰ ਫੈਸਲੇ ਲਿਆ ਕਰਦਾ ਸੀ, ਜਿਸ ਨਾਲ ਕਿ ਉਸ ਦਾ ਪ੍ਰਭਾਵ ਆਪਣੇ ਕਬੀਲੇ ਦੇ ਇਲਾਕਿਆਂ ਵਿੱਚ ਹੋਰ ਵੀ ਵੱਧਦਾ ਗਿਆ। ਬਿਰਸਾ ਮੁੰਡਾ ਨੇ ਗੈਰ ਕਬਾਇਲੀ ਲੋਕਾਂ ਦੇ ਵਿਰੁੱਧ ਧਰਨਾ ਦਿੱਤਾ। ਉਸਨੇ ਗੈਰ ਕਬਾਇਲੀ ਜੋ ਲੋਕ ਬਾਹਰੋਂ ਆ ਕੇ ਕਬੀਲੇ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰ ਰਹੇ ਸਨ, ਉਹਨਾਂ ਵਿਰੁੱਧ ਧਰਨਾ ਦਿੱਤਾ। ਲੋਕਾਂ ਨੂੰ ਇਕੱਠਿਆਂ ਕੀਤਾ ਕਿ ਇਹ ਗਲਤ ਕਰ ਰਹੇ ਹਨ। ਗੈਰ ਕਬਾਇਲੀ ਲੋਕਾਂ ਵਿਰੁੱਧ ਉਸਨੇ ਆਵਾਜ਼ ਉਠਾਈ। ਉਹ ਸ਼ਾਹੂਕਾਰਾਂ ਅਤੇ ਜ਼ਮੀਂਦਾਰਾਂ ਨੂੰ ਨਫ਼ਰਤ ਕਰਦਾ ਸੀ, ਜਿਹੜੀ ਮੁੰਡਾ ਜਾਤੀ ਦੇ ਲੋਕਾਂ ਨੂੰ ਨਾਲ ਬੁਰਾ ਵਰਤਾਓ ਕਰਦੇ ਸਨ। ਭਾਵ ਕਿ ਮੁੰਡਾ ਜਾਤੀ ਦੇ ਲੋਕਾਂ ਨੂੰ ਇਹ ਸ਼ਾਹੂਕਾਰ ਅਤੇ ਜ਼ਮੀਂਦਾਰ ਬਹੁਤ ਤੰਗ ਕਰਦੇ ਸਨ। ਉਸਨੇ ਮੁੰਡਾ ਜਾਤੀ ਨਾਲ ਸੰਬੰਧਿਤ ਕਿਸਾਨਾਂ ਨੂੰ ਕਿਹਾ ਕਿ ਜ਼ਮੀਂਦਾਰਾਂ ਨੂੰ ਕਰ ਜਾਂ ਟੈਕਸ ਨਾ ਦੇਣ, ਭਾਵ ਕਿ ਇਹਨਾਂ ਨੂੰ ਕੋਈ ਵੀ ਟੈਕਸ ਅਦਾ ਨਾ ਕੀਤਾ ਜਾਵੇ। ਇਹ ਲੋਕ ਸ਼ਾਹੂਕਾਰ ਅਤੇ ਜ਼ਮੀਂਦਾਰ ਜਾਂ ਗੈਰ ਕਬਾਇਲੀ ਲੋਕ ਸਾਡੀ ਲੁੱਟ ਕਰ ਰਹੇ ਹਨ। ਇਸ ਲਈ ਬਿਰਸਾ ਮੁੰਡਾ ਨੇ ਇਹਨਾਂ ਦਾ ਵਿਰੋਧ ਕੀਤਾ ਅਤੇ ਆਪਣੇ ਲੋਕਾਂ ਨੂੰ ਇਹਨਾਂ ਵਿਰੁੱਧ ਲੜਨ ਲਈ ਪ੍ਰੇਰਿਤ ਕੀਤਾ ਅਤੇ ਇੱਕ ਵੱਡੇ ਵਿਦਰੋਹ ਦੇ ਰੂਪ ਵਿੱਚ ਫਿਰ ਉਹਨਾਂ ਨੇ ਆਪਣੀ ਇਸ ਵਿਰੋਧ ਨੂੰ ਜ਼ਾਹਰ ਕੀਤਾ। ਬਿਰਸਾ ਮੁੰਡਾ ਨੇ ਛੋਟਾ ਨਾਗਪੁਰ ਦੇ ਇਲਾਕੇ ਵਿੱਚ ਵਿਦਰੋਹ ਸ਼ੁਰੂ ਕਰ ਦਿੱਤਾ। ਮੁੰਡਾ ਸਮਾਜ ਦੇ ਲੋਕ ਉਸ ਦੀ ਅਗਵਾਈ ਵਿੱਚ ਇਕੱਠੇ ਹੋ ਗਏ। ਲੋਕ ਉਸ ਨੂੰ ਆਪਣਾ ਆਗੂ ਮੰਨਦੇ ਸਨ। ਲੋਕ ਉਸ 'ਤੇ ਵਿਸ਼ਵਾਸ ਕਰਦੇ ਸਨ। ਲੋਕ ਉਸ ਵਿੱਚ ਪਰਮਾਤਮਾ ਨੂੰ ਦੇਖਦੇ ਸਨ। ਇਸ ਕਰਕੇ ਲੋਕ ਉਸ ਦੀ ਅਗਵਾਈ ਵਿੱਚ ਇਕੱਠੇ ਹੋ ਗਏ, ਭਾਵ ਕਿ ਲੋਕਾਂ ਨੇ ਉਸ ਨੂੰ ਆਪਣਾ ਨੇਤਾ ਮੰਨ ਲਿਆ ਅਤੇ ਜਿਵੇਂ ਬਿਰਸਾ ਮੁੰਡਾ ਕਹਿੰਦਾ ਸੀ, ਲੋਕ ਉਸ ਦੀ ਗੱਲ 'ਤੇ ਇਨ ਬਿਨ ਚੱਲਦੇ ਸਨ, ਭਾਵ ਕਿ ਉਸ ਨੂੰ ਆਪਣਾ ਉਹਨਾਂ ਨੇ ਹੁਣ ਨੇਤਾ ਮੰਨ ਲਿਆ ਸੀ। ਉਹਨਾਂ ਨੇ ਅੰਗਰੇਜ਼ੀ ਅਫਸਰਾਂ, ਮਿਸ਼ਨਰੀਆਂ ਅਤੇ ਪੁਲਿਸ ਸਟੇਸ਼ਨਾਂ 'ਤੇ ਹਮਲਾ ਕਰ ਦਿੱਤਾ। ਹੁਣ ਇਹ ਲੋਕ ਅੰਗਰੇਜ਼ਾਂ ਨੂੰ ਵੀ ਤੰਗ ਕਰਨ ਲੱਗ ਪਏ, ਕਿਉਂਕਿ ਅੰਗਰੇਜ਼ ਇਹਨਾਂ ਨੂੰ ਤੰਗ ਕਰਦੇ ਸਨ। ਉਹ ਅੰਗਰੇਜ਼ੀ ਅਫਸਰਾਂ, ਉਹਨਾਂ ਦੇ ਮਿਸ਼ਨਰੀਆਂ ਜੋ ਪ੍ਰਚਾਰ ਵਾਸਤੇ ਆਏ ਸਨ ਅਤੇ ਪੁਲਿਸ ਸਟੇਸ਼ਨਾਂ 'ਤੇ ਵੀ ਇਹਨਾਂ ਹਮਲਾ ਕਰ ਦਿੱਤਾ। ਪਰੰਤੂ ਅੰਗਰੇਜ਼ਾਂ ਨੇ ਬਿਰਸਾ ਮੁੰਡਾ ਨੂੰ ਫੜ ਲਿਆ ਅਤੇ ਵਿਦਰੋਹੀਆਂ ਨੂੰ ਦਬਾ ਦਿੱਤਾ। ਫਿਰ ਉਸੇ ਤਰ੍ਹਾਂ, ਕਿਉਂਕਿ ਅੰਗਰੇਜ਼ਾਂ ਪਾਸ ਸਾਧਨ ਸਨ, ਉਹਨਾਂ ਪਾਸ ਤਾਕਤ ਸੀ, ਬਿਰਸਾ ਮੁੰਡਾ ਪਾਸ ਕੁਛ ਵੀ ਨਵਾਂ ਨਹੀਂ ਸੀ ਸਿਵਾਏ ਇੱਕ ਸਰੀਰਕ ਸ਼ਕਤੀ ਤੋਂ ਫਿਰ ਅੰਗਰੇਜ਼ਾਂ ਨੇ ਬਿਰਸਾ ਮੁੰਡਾ ਨੂੰ ਫੜ ਲਿਆ ਅਤੇ ਉਸ ਦੇ ਨਾਲ ਜੋ ਵਿਦਰੋਹ ਕਰ ਰਹੇ ਸਨ, ਜੋ ਵਿਦਰੋਹੀ ਸਨ, ਉਹਨਾਂ ਨੂੰ ਵੀ ਦਬਾ ਦਿੱਤਾ। ਅਤੇ ਬੱਚੋ, ਇਸ ਵਿਦਰੋਹ ਦੇ ਕੁਛ ਨਤੀਜੇ ਨਿਕਲੇ, ਭਾਵ ਕਿ ਬਿਰਸਾ ਮੁੰਡਾ ਦੇ ਵਿਦਰੋਹ ਤੋਂ ਅੰਗਰੇਜ਼ਾਂ ਨੇ ਕੁਛ ਸਬਕ ਸਿੱਖੇ ਅਤੇ ਉਹਨਾਂ ਨੇ ਫਿਰ ਕੁਛ ਆਪਣੇ ਰਾਜ ਕਰਨ ਵਿੱਚ ਪਰਿਵਰਤਨ ਕੀਤਾ। ਤਾਂ ਆਓ ਆਪਾਂ ਜਾਣੀਏ ਉਹ ਕੀ ਸੀ। ਮੁੰਡਾ ਵਿਦਰੋਹ ਇੱਕ ਸ਼ਕਤੀਸ਼ਾਲੀ ਵਿਦਰੋਹ ਸੀ। ਇਸ ਵਿਦਰੋਹ ਦੇ ਹੇਠ ਲਿਖੇ ਪ੍ਰਭਾਵ ਪਏ। ਬਰਤਾਨਵੀ ਹਕੂਮਤ ਨੇ ਛੋਟਾ ਨਾਗਪੁਰ ਦਾ ਐਕਟ 1908 ਈਸਵੀ ਵਿੱਚ ਪਾਸ ਕਰ ਦਿੱਤਾ। ਇਸ ਐਕਟ ਕਾਰਨ ਛੋਟੇ ਕਿਸਾਨਾਂ ਨੂੰ ਜ਼ਮੀਨਾਂ ਦੇ ਹੱਕ ਮਿਲ ਗਏ। ਇਹ ਬਹੁਤ ਵੱਡੀ ਪ੍ਰਾਪਤੀ ਸੀ ਮੁੰਡਾ ਵਿਦਰੋਹ ਦੀ,
ਕਿ ਛੋਟੇ ਕਿਸਾਨ ਜ਼ਮੀਨਾਂ ਦੇ ਹੁਣ ਮਾਲਕ ਬਣ ਗਏ ਸੀ ਅਤੇ ਉਹਨਾਂ ਨੂੰ ਇਹ ਜ਼ਮੀਨਾਂ 'ਤੇ ਫਸਲ ਬੀਜਣ ਦਾ, ਵਾਹੁਣ ਦਾ, ਵੱਢਣ ਦਾ ਹੱਕ ਮਿਲ ਗਿਆ ਸੀ। ਛੋਟਾ ਨਾਗਪੁਰ ਖੇਤਰ ਦੇ ਲੋਕ ਸਮਾਜਿਕ ਧਾਰਮਿਕ ਪੱਖ ਤੋਂ ਵਧੇਰੇ ਜਾਗਰੂਕ ਹੋ ਗਏ। ਹੁਣ ਕੁਦਰਤੀ ਗੱਲ ਹੈ, ਵਿਦਰੋਹ ਹੋਇਆ ਹੈ ਤਾਂ ਲੋਕੀ ਇਕੱਠੇ ਵੀ ਹੋ ਗਏ ਅਤੇ ਜਿਸ ਕਾਰਨ ਅੰਗਰੇਜ਼ ਹਕੂਮਤ ਵੀ ਉਹਨਾਂ ਤੋਂ ਡਰਨ ਲੱਗੀ। ਅਨੇਕਾਂ ਲੋਕ ਬਿਰਸਾ ਮੁੰਡਾ ਦੀ ਪੂਜਾ ਕਰਨ ਲੱਗੇ ਕਿਉਂਕਿ ਉਹ ਸਭ ਦਾ ਅਗਵਾਹੀਕਾਰ ਸੀ। ਉਹ ਇੱਕ ਵੱਡਾ ਲੀਡਰ ਬਣ ਗਿਆ ਆਪਣੇ ਕਬੀਲੇ ਦਾ ਅਤੇ ਸਾਰੇ ਕਬੀਲੇ ਦੇ ਲੋਕ ਬਿਰਸਾ ਮੁੰਡਾ ਨੂੰ ਭਗਵਾਨ ਦਾ ਰੂਪ ਮੰਨ ਕੇ ਉਸ ਦੀ ਪੂਜਾ ਕਰਨ ਲੱਗ ਪਏ ਕਿ ਸਾਨੂੰ ਹੱਕ ਦਿਵਾਉਣ ਵਾਲਾ ਜਾਂ ਸਾਡੇ ਨਾਲ ਖੜਨ ਵਾਲਾ ਜਾਂ ਸਾਡੀਆਂ ਸਮੱਸਿਆਵਾਂ ਦਾ ਹੱਲ ਕਰਨ ਵਾਲਾ ਇਹ ਸ਼ਖਸ ਹੈ। ਇਸ ਦੇ ਕਾਰਨ ਹੀ ਅਸੀਂ ਜ਼ਮੀਨਾਂ ਦੇ ਮਾਲਕ ਬਣੇ ਹਾਂ ਅਤੇ ਉਹਨਾਂ ਵਿੱਚ ਆਪਸ ਵਿੱਚ ਜੁੜਨ ਦੀ ਜਿਹੜੀ ਭਾਵਨਾ ਸੀ ਉਹ ਬਿਰਸਾ ਮੁੰਡਾ ਕਰਕੇ ਹੀ ਪੈਦਾ ਹੋਈ ਸੀ। ਇਸ ਕਰਕੇ ਉਹ ਬਿਰਸਾ ਮੁੰਡਾ ਦੀ ਪੂਜਾ ਕਰਨ ਲੱਗ ਪਏ, ਉਸ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ। ਫਿਰ ਸਾਡੇ ਕੋਲੇ ਹੈ ਪੁਆਇੰਟ, ਅਨੇਕਾਂ ਸਮਾਜਿਕ ਧਾਰਮਿਕ ਅੰਦੋਲਨਾਂ ਦੀ ਸ਼ੁਰੂਆਤ ਹੋ ਗਈ। ਬੜੇ ਲੋਕਾਂ ਨੇ ਸਮਾਜਿਕ ਅੰਦੋਲਨ ਇਹਨਾਂ ਨੂੰ ਦੇਖਦਿਆਂ ਸ਼ੁਰੂ ਕੀਤੇ। ਧਾਰਮਿਕ ਅੰਦੋਲਨ ਹੋਂਦ ਵਿੱਚ ਆਏ। ਲੋਕਾਂ ਨੂੰ ਨਾ ਬਰਾਬਰੀਆਂ ਦਾ ਜੋ ਸਾਹਮਣਾ ਕਰਨਾ ਪੈਂਦਾ ਸੀ ਉਹ ਹੁਣ ਸਮਾਜਿਕ ਅਤੇ ਧਾਰਮਿਕ ਅੰਦੋਲਨਾਂ ਰਾਹੀਂ ਬਰਾਬਰਤਾ ਵੱਲ ਵਧਣ ਲੱਗੇ। ਲੋਕਾਂ ਦੀਆਂ ਆਮ ਸਮੱਸਿਆਵਾਂ 'ਤੇ ਵਿਚਾਰ ਹੋਣ ਲੱਗਾ ਅਤੇ ਕਬਾਇਲੀ ਲੋਕ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਲੱਗ ਪਏ। ਅਤੇ ਬੱਚੇ ਉਸ ਸੰਘਰਸ਼ ਦੇ ਨਾਲ ਹੀ ਕੁਛ ਮਿਲਦਾ ਹੈ। ਆਪਾਂ ਵੀ ਆਪਣੀ ਜੋ ਸਾਡਾ ਸਿਲੇਬਸ ਹੈ, ਜੋ ਸਾਡੀ ਪੜ੍ਹਾਈ ਹੈ, ਜੇ ਉਸ ਨੂੰ ਅਸੀਂ ਪੜ੍ਹਾਂਗੇ, ਆਪਣੇ ਆਪ ਨਾਲ ਸੰਘਰਸ਼ ਕਰਾਂਗੇ ਤਾਂ ਆਪਾਂ ਪੜ੍ਹ ਕੇ ਚੰਗੇ ਨੰਬਰ ਲੈ ਸਕਦੇ ਹਾਂ। ਨੰਬਰ ਉਹਨਾਂ ਦੇ ਹੀ ਅੱਛੇ ਆਉਂਦੇ ਹਨ। ਗਿਆਨ ਵਿੱਚ ਵਾਧਾ ਉਹਨਾਂ ਦਾ ਹੀ ਹੁੰਦਾ ਹੈ ਜਿਹੜੇ ਆਪਣੀਆਂ ਕਿਤਾਬਾਂ ਨਾਲ ਜੁੜਦੇ ਹਨ, ਜਿਹੜੇ ਆਪਣੇ ਪਾਠ ਨੂੰ ਇਮਾਨਦਾਰੀ ਨਾਲ ਯਾਦ ਕਰਕੇ ਜੀ ਜਾਨ ਲਾ ਕੇ ਪੜ੍ਹਦੇ ਹਨ ਅਤੇ ਆਪਣੇ ਆਪ ਨੂੰ ਕਾਬਲ ਬਣਾਉਂਦੇ ਹਨ ਵਧੀਆ ਪੋਸਟਾਂ 'ਤੇ ਬੈਠਣ ਦੇ। ਸੋ ਸੰਘਰਸ਼ ਜ਼ਰੂਰੀ ਹੈ ਆਪਣੇ ਆਪ ਨਾਲ ਵੀ। ਜੇਕਰ ਆਪਾਂ ਕੁਛ ਚੰਗਾ ਕਰਨਾ ਚਾਹੁੰਦੇ ਹਾਂ, ਕੁਛ ਵਧੀਆ ਬਣਨਾ ਚਾਹੁੰਦੇ ਹਾਂ, ਕੁਛ ਅਸੀਂ ਇਤਿਹਾਸ ਵਿੱਚ ਛੱਡ ਕੇ ਜਾਣਾ ਚਾਹੁੰਦੇ ਹਾਂ ਤਾਂ ਇਸ ਲਈ ਅੱਜ ਸਾਨੂੰ ਆਪਣੀਆਂ ਕਿਤਾਬਾਂ ਦੇ ਨਾਲ ਜੁੜਨਾ ਜ਼ਰੂਰੀ ਹੋ ਜਾਵੇਗਾ ਅਤੇ ਅਸੀਂ ਵੀ ਫਿਰ ਆਪਣੇ ਸਮਾਜ ਲਈ, ਆਪਣੇ ਦੇਸ਼ ਲਈ ਕੁਛ ਕਰ ਪਾਵਾਂਗੇ। ਆਓ ਆਪਾਂ ਹੁਣ ਜਾਣੀਏ ਹੋਰ ਬਗਾਵਤਾਂ ਸੰਬੰਧੀ। ਹੋਰ ਵੀ ਕਈ ਕਬੀਲਿਆਂ ਦੇ ਲੋਕਾਂ ਨੇ ਬਰਤਾਨਵੀ ਸ਼ਾਸਨ ਵਿਰੁੱਧ ਬਗਾਵਤਾਂ ਕੀਤੀਆਂ। ਇਹ ਬਗਾਵਤਾਂ ਸਮਾਜਿਕ ਅਤੇ ਆਰਥਿਕ ਸੁਧਾਰਾਂ ਲਈ ਹੀ ਕੀਤੀਆਂ ਗਈਆਂ। ਜਿੰਨੇ ਵਿਦਰੋਹ ਹੁੰਦੇ ਸੀ ਸਾਡੇ ਰਹਿਣ ਸਹਿਣ ਵਿੱਚ ਅੰਗਰੇਜ਼ਾਂ ਦੇ ਦਖਲ ਕਰਕੇ ਹੋਏ ਜਾਂ ਸਾਡੀ ਆਰਥਿਕ ਲੁੱਟ ਹੋਣ ਕਰਕੇ, ਭਾਵ ਕਿ ਸਾਨੂੰ ਜ਼ਮੀਨਾਂ ਵੀ ਖੋਹ ਲਈਆਂ ਜਾਂਦੀਆਂ ਸਨ। ਜੋ ਅਸੀਂ ਫਸਲ ਬੀਜਦੇ ਸੀ, ਜਦੋਂ ਵੱਢਦੇ ਸੀ ਉਹਦਾ ਮੁੱਲ ਵੀ ਨਹੀਂ ਮਿਲਦਾ ਸੀ ਅਤੇ ਉਲਟਾ ਇਹ ਸਾਰੀਆਂ ਚੀਜ਼ਾਂ ਜਦੋਂ ਤਿਆਰ ਹੋ ਕੇ ਸਾਡੇ ਦੇਸ਼ ਵਿੱਚ ਫਿਰ ਆ ਜਾਂਦੀਆਂ ਸੀ ਅਤੇ ਸਾਨੂੰ ਫਿਰ ਮਹਿੰਗੇ ਭਾਅ 'ਤੇ ਖਰੀਦਣੀਆਂ ਪੈਂਦੀਆਂ ਸੀ। ਇਸ ਲਈ ਲਾ ਪਾ ਕੇ ਜਿਹੜਾ ਲਾਭ ਸੀ ਉਹ ਸਿਰਫ ਬਰਤਾਨਵੀ ਹਕੂਮਤ ਨੂੰ ਹੀ ਹੋਇਆ ਕਰਦਾ ਸੀ। ਇਸ ਲਈ ਲੋਕਾਂ ਨੇ ਫਿਰ ਇਹਨਾਂ ਵਿਰੁੱਧ ਬਗਾਵਤ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਉਹਨਾਂ ਨੂੰ ਸਮਝ ਆ ਗਿਆ ਸੀ ਕਿ ਅਸੀਂ ਹਰ ਪਾਸਿਓਂ ਲੁੱਟੇ ਜਾ ਰਹੇ ਹਾਂ। ਕਿਉਂਕਿ ਕਬਾਇਲੀ ਲੋਕ ਬਰਤਾਨਵੀ ਹਕੂਮਤ ਦੀਆਂ ਲਗਾਨ ਨੀਤੀਆਂ ਦੇ ਵਿਰੁੱਧ ਸਨ, ਭਾਵ ਕਿ ਸਾਨੂੰ ਸਭ ਪਾਸਿਓਂ ਬਰਤਾਨਵੀ ਹਕੂਮਤ ਜਾਂ ਅੰਗਰੇਜ਼ ਸਰਕਾਰ ਲੁੱਟ ਰਹੀ ਸੀ। ਸੋ ਇਸ ਤਰ੍ਹਾਂ ਬੱਚਿਓ ਆਪਾਂ ਦੇਖਦੇ ਹਾਂ ਕਿ ਸਾਡੇ ਜਿਹੜਾ ਆਮ ਸਮਾਜ ਹੈ ਉਸ ਵਿੱਚ ਹੀ ਵਿਰੋਧ ਨਹੀਂ ਹੋਇਆ ਅੰਗਰੇਜ਼ਾਂ ਦਾ, ਬਲਕਿ ਕਬਾਇਲੀ ਸਮਾਜ ਵਿੱਚ ਵੀ ਅੰਗਰੇਜ਼ਾਂ ਦਾ ਬਹੁਤ ਭਾਰੀ ਵਿਦਰੋਹ ਕੀਤਾ, ਵਿਰੋਧ ਕੀਤਾ ਲੋਕਾਂ ਨੇ। ਲੋਕ ਇਕਜੁੱਟ ਹੋਏ, ਅੰਗਰੇਜ਼ਾਂ ਦੇ ਖਿਲਾਫ ਜੁਟੇ, ਉਹਨਾਂ ਦੀਆਂ ਗਲਤ ਨੀਤੀਆਂ ਬਾਰੇ ਵਿਰੋਧ ਕੀਤਾ ਅਤੇ ਉਹਨਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਇਹ ਤੁਹਾਡੀਆਂ ਨੀਤੀਆਂ ਗਲਤ ਹਨ ਅਤੇ ਆਪਣੀਆਂ ਨੀਤੀਆਂ ਨੂੰ ਉਹਨਾਂ ਨੇ ਫਿਰ ਬਦਲਿਆ ਵੀ, ਛੋਟੇ ਕਿਸਾਨਾਂ ਨੂੰ ਹੱਕ ਵੀ ਦਿੱਤੇ ਅਤੇ ਇਹਨਾਂ ਬਗਾਵਤਾਂ ਨੇ
ਹੋਰ ਲੋਕਾਂ ਵਿੱਚ ਚੇਤਨਤਾ ਲਿਆਂਦੀ ਅਤੇ ਲੋਕ ਇਕਜੁੱਟ ਹੋਏ ਅਤੇ ਇੱਕ ਵੱਡੇ ਕਾਫਲੇ ਦੇ ਵਿੱਚ ਬਦਲ ਗਏ। ਆਪਾਂ ਪੜ੍ਹਿਆ ਨਾ ਬਿਰਸਾ ਮੁੰਡਾ ਬਾਰੇ, ਅਤੇ ਬਿਰਸਾ ਮੁੰਡਾ ਜਿਵੇਂ ਮੁੰਡਾ ਜਾਤੀ ਦੇ ਕਬੀਲੇ ਦਾ ਮਹਾਨ ਨਾਇਕ ਹੈ, ਇੱਦਾਂ ਹੀ ਸਾਡੇ ਮਹਾਨ ਨਾਇਕ ਸੀਗੇ, ਜਿਵੇਂ ਭਗਤ ਸਿੰਘ ਹੋਏ, ਕਰਤਾਰ ਸਿੰਘ ਸਰਾਭਾ ਹੋਇਆ, ਮਹਾਤਮਾ ਗਾਂਧੀ ਹੋਏ, ਜਿਨ੍ਹਾਂ ਨੇ ਆਜ਼ਾਦੀ ਸੰਘਰਸ਼ ਵਿੱਚ ਹਿੱਸਾ ਦਿੱਤਾ ਅਤੇ ਇੱਕ ਲਹਿਰ ਖੜੀ ਕੀਤੀ, ਲੋਕਾਂ ਦੇ ਵਿੱਚ ਇੱਕ ਅਹਿਸਾਸ ਦਿੱਤਾ ਕਿ ਸਾਡੇ ਦੇਸ਼ ਨੂੰ ਆਜ਼ਾਦੀ ਦੀ ਲੋੜ ਹੈ। ਇਵੇਂ ਹੀ ਗੈਰ ਕਬਾਇਲੀ ਲੋਕਾਂ ਵਿਰੁੱਧ ਕਬੀਲਿਆਂ ਦੇ ਲੋਕਾਂ ਨੇ ਜਾਂ ਕਬਾਇਲੀ ਲੋਕਾਂ ਨੇ ਵਿਰੋਧ ਪ੍ਰਗਟ ਕੀਤਾ ਅਤੇ ਇਹ ਵਿਰੋਧ ਵਿਦਰੋਹ ਦੇ ਰੂਪ ਵਿੱਚ ਸਾਡੇ ਸਾਹਮਣੇ ਆਇਆ ਅਤੇ ਉਸਦੇ ਫਿਰ ਸਿੱਟੇ ਵੀ ਨਿਕਲੇ ਅਤੇ ਇਹ ਕਬੀਲੇ ਨਾਲ ਦੇ ਹੋਰ ਕਬੀਲਿਆਂ ਨੂੰ ਪ੍ਰੇਰਿਤ ਕਰਦੇ ਸੀ ਵਿਰੋਧ ਲਈ, ਜਿਸ ਕਾਰਨ ਉਹਨਾਂ ਨੂੰ ਫਿਰ ਆਪਣੇ ਜੀਵਨ ਨੂੰ ਆਪ ਸੁਧਾਰਨ ਦਾ ਮੌਕਾ ਮਿਲਿਆ ਅਤੇ ਉਹਨਾਂ ਨੇ ਅੰਗਰੇਜ਼ਾਂ ਦੇ ਖਿਲਾਫ ਇੱਕ ਲਹਿਰ ਨੂੰ ਪੈਦਾ ਕਰ ਦਿੱਤਾ। ਸੋ ਇਸ ਪਾਠ ਨੂੰ ਜਾਂ ਇਸ ਪਾਠ ਦੇ ਇਹ ਚੌਥੇ ਭਾਗ ਨੂੰ ਆਪਾਂ ਹੋਰ ਸਮਝਣ ਲਈ ਛੋਟੇ ਜਿਹੇ ਪ੍ਰਸ਼ਨ ਉੱਤਰਾਂ ਦਾ ਥੋੜ੍ਹਾ ਸਹਾਰਾ ਲਿਆ ਹੈ। ਜਿਵੇਂ ਪਹਿਲੇ ਭਾਗਾਂ ਵਿੱਚ ਆਪਾਂ ਨੇ ਦੁਹਰਾਈ ਲਈ ਪ੍ਰਸ਼ਨ ਰੱਖੇ ਸਨ, ਇਸ ਭਾਗ ਵਿੱਚ ਵੀ ਅਸੀਂ ਛੋਟੇ ਜਿਹੇ ਪ੍ਰਸ਼ਨ ਤੁਹਾਡੇ ਮਨੋਰੰਜਨ ਲਈ ਔਰ ਤੁਸੀਂ ਇਸ ਪਾਠ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕੋ, ਇਸ ਲਈ ਆਪਾਂ ਇੱਥੇ ਵਿਚਾਰ ਕਰ ਰਹੇ ਹਾਂ। ਸੋ ਸਭ ਤੋਂ ਪਹਿਲਾਂ ਬੱਚਿਓ ਆਪਾਂ ਲੈਂਦੇ ਹਾਂ ਬਹੁ ਵਿਕਲਪੀ ਪ੍ਰਸ਼ਨ। ਇਸ ਵਿੱਚ ਸਾਡਾ ਪਹਿਲਾ ਪ੍ਰਸ਼ਨ ਹੈਗਾ ਕਿ ਮੁੰਡਾ ਜਾਤੀ ਦੇ ਲੋਕ ਇਸ ਇਲਾਕੇ ਦਾ ਇੱਕ ਪ੍ਰਸਿੱਧ ਕਬੀਲਾ ਸੀ। ਤਾਂ ਇਹਦੇ ਵਿੱਚ ਸਾਡੇ ਕੋਲ ਜਿਹੜੇ 4 ਸਾਡੇ ਕੋਲ ਆਪਸ਼ਨਸ ਹੈਗੀਆਂ, ਸਾਡੇ ਕੋਲ ਵਿਕਲਪ ਜਿਹੜੇ ਹੈਗੇ ਆ, ਉਹਦੇ ਵਿੱਚ ਊੜਾ ਹੈਗਾ ਬੰਗਾਲ, ਐੜਾ ਬਿਹਾਰ, ਈੜੀ ਉੜੀਸਾ ਅਤੇ ਸੱਸਾ ਹੈ, ਇਹਨਾਂ 'ਚੋਂ ਕੋਈ ਨਹੀਂ। ਤਾਂ ਇਹ ਮੁੰਡਾ ਜਾਤੀ ਦਾ ਜਿਹੜਾ ਕਬੀਲਾ ਸੀ ਇਹ ਐੜਾ ਬਿਹਾਰ ਨਾਲ ਸੰਬੰਧਿਤ ਸੀ। ਸੋ ਫਿਰ ਸਾਡੇ ਕੋਲ ਇਹ ਦੂਜਾ ਪ੍ਰਸ਼ਨ ਹੈ ਜੀ ਕਿ ਬਿਰਸਾ ਮੁੰਡਾ ਨੇ ਲੋਕਾਂ ਦੇ ਵਿਰੁੱਧ ਧਰਨਾ ਦਿੱਤਾ ਜ਼ਮੀਂਦਾਰਾਂ ਖਿਲਾਫ, ਐੜਾ ਸਾਡੇ ਕੋਲ ਹੈ ਅੰਗਰੇਜ਼ਾਂ ਖਿਲਾਫ, ਈੜੀ ਹੈ ਗੈਰ ਕਬਾਇਲੀ ਲੋਕਾਂ ਖਿਲਾਫ ਅਤੇ ਸੱਸੇ 'ਤੇ ਹੈ ਇਹਨਾਂ 'ਚੋਂ ਕੋਈ ਵੀ ਨਹੀਂ। ਤਾਂ ਇਹਦੇ ਵਿੱਚ ਜਿਹੜਾ ਸਾਡੇ ਕੋਲ ਸਹੀ ਉੱਤਰ ਹੈ ਬੱਚਿਓ ਉਹ ਹੈ ਈੜੀ, ਕਿ ਗੈਰ ਕਬਾਇਲੀ ਲੋਕਾਂ ਖਿਲਾਫ ਬਿਰਸਾ ਮੁੰਡਾ ਨੇ ਧਰਨਾ ਦਿੱਤਾ। ਫਿਰ ਸਾਡੇ ਕੋਲ ਤੀਜਾ ਪ੍ਰਸ਼ਨ ਹੈ ਬਿਰਸਾ ਮੁੰਡਾ ਦੀ ਅਗਵਾਈ ਵਿੱਚ ਲੋਕਾਂ ਨੇ ਇਹਨਾਂ 'ਤੇ ਹਮਲਾ ਕਰ ਦਿੱਤਾ। ਤਾਂ ਇਹਦੇ ਵਿਕਲਪ ਹਨ ਸਾਡੇ ਕੋਲ ਊੜਾ ਅੰਗਰੇਜ਼ੀ ਅਫਸਰਾਂ, ਐੜਾ ਮਿਸ਼ਨਰੀਆਂ, ਈੜੀ ਪੁਲਿਸ ਸਟੇਸ਼ਨਾਂ ਅਤੇ ਸੱਸਾ ਹੈ ਉਪਰੋਕਤ ਸਾਰੇ। ਤਾਂ ਬੱਚਿਓ ਇਸ ਦਾ ਉੱਤਰ ਆਵੇਗਾ ਸੱਸਾ ਉਪਰੋਕਤ ਸਾਰੇ। ਫਿਰ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਜੀ ਉਹਨਾਂ ਨੇ ਕਬਾਇਲੀ ਸਮਾਜ ਦੇ ਲੋਕਾਂ ਦੀ ਜ਼ਮੀਨ ਖੋਹ ਲਈ। ਗੈਰ ਕਬਾਇਲੀ ਲੋਕਾਂ ਨੇ, ਅੰਗਰੇਜ਼ਾਂ ਨੇ, ਈੜੀ 'ਤੇ ਹੈ ਜ਼ਮੀਂਦਾਰਾਂ ਨੇ ਅਤੇ ਸੱਸੇ 'ਤੇ ਸਾਡੇ ਕੋਲ ਹੈ ਉਪਰੋਕਤ ਸਾਰੇ। ਤਾਂ ਇਸ ਦਾ ਜੋ ਸਹੀ ਉੱਤਰ ਹੈ ਬੱਚਿਓ ਉਹ ਹੈ ਊੜਾ ਗੈਰ ਕਬਾਇਲੀ ਲੋਕਾਂ ਨੇ। ਫਿਰ ਆਪਣੇ ਕੋਲ ਅੱਗੇ ਹੈ ਖਾਲੀ ਥਾਵਾਂ ਭਰੋ। ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਲੈ ਰਹੇ ਹਾਂ ਮੁੰਡਾ ਜਾਤੀ ਦੇ ਲੋਕਾਂ ਦਾ ਵਿਦਰੋਹ ਬਹੁਤ ਡੈਸ਼ ਸੀ। ਤਾਂ ਇਸ ਵਿੱਚ ਆਵੇਗਾ ਮਹੱਤਵਪੂਰਨ। ਮੁੰਡਾ ਜਾਤੀ ਦੇ ਲੋਕਾਂ ਦਾ ਵਿਦਰੋਹ ਬਹੁਤ ਮਹੱਤਵਪੂਰਨ ਸੀ। ਫਿਰ ਸਾਡੇ ਕੋਲ 2 ਨੰਬਰ 'ਤੇ ਹੈ ਅੰਗਰੇਜ਼ੀ ਰਾਜ ਸਮੇਂ ਬਹੁਤ ਸਾਰੇ ਗੈਰ ਕਬਾਇਲੀ ਲੋਕ ਕਬਾਇਲੀ ਡੈਸ਼ ਵਿੱਚ ਆਣ ਕੇ ਰਹਿਣ ਲੱਗ ਪਏ। ਤਾਂ ਇਸ ਦਾ ਉੱਤਰ ਹੈ ਬੱਚਿਓ ਇਲਾਕਿਆਂ। ਅੰਗਰੇਜ਼ੀ ਰਾਜ ਸਮੇਂ ਬਹੁਤ ਸਾਰੇ ਗੈਰ ਕਬਾਇਲੀ ਲੋਕ ਕਬਾਇਲੀ ਇਲਾਕਿਆਂ ਵਿੱਚ ਆ ਕੇ ਰਹਿਣ ਲੱਗ ਪਏ। ਹੁਣ 3 ਨੰਬਰ 'ਤੇ ਅਸੀਂ ਲੈ ਰਹੇ ਹਾਂ ਕਿ ਇਸ ਵਿਦਰੋਹ ਦਾ ਪ੍ਰਮੁੱਖ ਉਦੇਸ਼
ਅੰਗਰੇਜ਼ਾਂ ਨੂੰ ਭਜਾ ਕੇ ਇਸ ਇਲਾਕੇ ਵਿੱਚ ਮੁੰਡਾ ਰਾਜ ਡੈਸ਼ ਕਰਨਾ ਸੀ, ਤਾਂ ਇਸ ਖਾਲੀ ਥਾਂ ਵਿੱਚ ਆਵੇਗਾ ਸਥਾਪਿਤ। ਇਸ ਵਿਦਰੋਹ ਦਾ ਮੁੱਖ ਉਦੇਸ਼ ਅੰਗਰੇਜ਼ਾਂ ਨੂੰ ਭਜਾ ਕੇ ਇਸ ਇਲਾਕੇ ਵਿੱਚ ਮੁੰਡਾ ਰਾਜ ਸਥਾਪਿਤ ਕਰਨਾ ਸੀ। ਫਿਰ ਸਾਡੇ ਕੋਲੇ 4 ਨੰਬਰ 'ਤੇ ਹੈ ਜੀ, ਸਥਾਨਕ ਲੋਕ ਬਿਰਸਾ ਮੁੰਡਾ ਨੂੰ ਪਰਮਾਤਮਾ ਦਾ ਡੈਸ਼ ਮੰਨਦੇ ਸਨ, ਤਾਂ ਇਸ ਵਿੱਚ ਆਵੇਗਾ ਦੂਤ। ਸਥਾਨਕ ਲੋਕ ਬਿਰਸਾ ਮੁੰਡਾ ਨੂੰ ਪਰਮਾਤਮਾ ਦਾ ਦੂਤ ਮੰਨਦੇ ਸਨ। ਫਿਰ 5 ਨੰਬਰ 'ਤੇ ਹੈ ਸਾਡੇ ਪਾਸ, ਉਹ ਸ਼ਾਹੂਕਾਰਾਂ ਅਤੇ ਡੈਸ਼ ਨੂੰ ਨਫ਼ਰਤ ਕਰਦਾ ਸੀ, ਤਾਂ ਇਸ ਵਿੱਚ ਆਵੇਗਾ ਜ਼ਮੀਂਦਾਰ। ਉਹ ਸ਼ਾਹੂਕਾਰਾਂ ਅਤੇ ਜ਼ਮੀਂਦਾਰਾਂ ਨੂੰ ਨਫ਼ਰਤ ਕਰਦਾ ਸੀ। ਇਸ ਤਰ੍ਹਾਂ ਇਹ ਖਾਲੀ ਥਾਵਾਂ ਸਨ ਸਾਡੇ ਪਾਸ ਬੱਚਿਓ। ਅਤੇ ਹੁਣ ਆਪਾਂ ਛੋਟੇ ਛੋਟੇ ਪ੍ਰਸ਼ਨਾਂ ਦੇ ਨਾਲ ਕਿ ਜਿਨ੍ਹਾਂ ਦਾ ਉੱਤਰ ਅਸੀਂ 1 ਤੋਂ 15 ਸ਼ਬਦਾਂ ਵਿੱਚ ਦੇ ਸਕਦੇ ਹਾਂ ਰਾਹੀਂ ਇਸ ਪਾਠ ਨੂੰ ਹੋਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ ਜੀ, ਰਾਂਚੀ ਤੇ ਦੱਖਣੀ ਇਲਾਕੇ ਵਿੱਚ ਵਿਦਰੋਹ ਕਦੋਂ ਸ਼ੁਰੂ ਹੋਇਆ? ਤਾਂ ਇਸ ਦਾ ਉੱਤਰ ਹੈ ਬੱਚਿਓ ਸਨ 1899 1900 ਈਸਵੀ ਵਿੱਚ। ਫਿਰ ਸਾਡੇ ਪਾਸ ਦੂਜਾ ਪ੍ਰਸ਼ਨ ਹੈ, ਬਿਰਸਾ ਮੁੰਡਾ ਕੋਲ ਕਿਸ ਕਿਸਮ ਦੀਆਂ ਸ਼ਕਤੀਆਂ ਸਨ? ਮੈਂ ਪ੍ਰਸ਼ਨ ਦੁਹਰਾ ਦੇਵਾਂ, ਬਿਰਸਾ ਮੁੰਡਾ ਕੋਲ ਕਿਸ ਕਿਸਮ ਦੀਆਂ ਸ਼ਕਤੀਆਂ ਸਨ? ਤਾਂ ਇਸ ਦਾ ਉੱਤਰ ਹੈ ਦੈਵੀ ਸ਼ਕਤੀਆਂ। ਫਿਰ ਸਾਡੇ ਪਾਸ ਪ੍ਰਸ਼ਨ ਨੰਬਰ 3 ਹੈ, ਸ਼ਾਹੂਕਾਰ ਅਤੇ ਜ਼ਮੀਂਦਾਰ ਕਿਹਨਾਂ ਲੋਕਾਂ ਨਾਲ ਬੁਰਾ ਵਰਤਾਵ ਕਰਦੇ ਸਨ? ਸ਼ਾਹੂਕਾਰ ਅਤੇ ਜ਼ਮੀਂਦਾਰ ਕਿਹਨਾਂ ਲੋਕਾਂ ਨਾਲ ਬੁਰਾ ਵਰਤਾਵ ਕਰਦੇ ਸਨ? ਤਾਂ ਇਸ ਦਾ ਉੱਤਰ ਹੈ ਮੁੰਡਾ ਜਾਤੀ ਦੇ ਲੋਕਾਂ ਨਾਲ। ਮੁੰਡਾ ਜਾਤੀ ਦੇ ਲੋਕਾਂ ਨਾਲ। ਫਿਰ ਪ੍ਰਸ਼ਨ ਨੰਬਰ 4 ਹੈ ਜੀ, ਬਿਰਸਾ ਮੁੰਡਾ ਵਿਦਰੋਹ ਦਾ ਅੰਤ ਕਿਵੇਂ ਹੋਇਆ? ਤਾਂ ਇਸ ਦਾ ਉੱਤਰ ਹੈ ਅੰਗਰੇਜ਼ਾਂ ਨੇ ਬਿਰਸਾ ਮੁੰਡਾ ਨੂੰ ਫੜ ਲਿਆ ਅਤੇ ਵਿਦਰੋਹੀਆਂ ਨੂੰ ਦਬਾ ਦਿੱਤਾ। ਅੱਗੇ ਸਾਡੇ ਕੋਲੇ ਨੰਬਰ 5 'ਤੇ ਹੈ ਜੀ ਪ੍ਰਸ਼ਨ, ਬਰਤਾਨਵੀ ਹਕੂਮਤ ਨੇ ਕਿਹੜਾ ਐਕਟ ਪਾਸ ਕੀਤਾ? ਤਾਂ ਇਸ ਦਾ ਉੱਤਰ ਹੈ ਛੋਟਾ ਨਾਗਪੁਰ ਦਾ ਐਕਟ 1908 ਈਸਵੀ। ਸੋ ਇਸ ਤਰ੍ਹਾਂ ਬੱਚਿਓ ਇਹ ਸਾਡੇ ਪਾਸ ਕੁਝ ਪ੍ਰਸ਼ਨ ਉੱਤਰ ਸਨ। ਹੁਣ ਆਪਾਂ ਸਹੀ ਮਿਲਾਨ ਕਰਨਾ ਹੈ। ਸਾਨੂੰ 2 ਭਾਗ ਦਿੱਤੇ ਹਨ, ਭਾਗ ਊੜਾ ਭਾਗ ਐੜਾ। ਉਸ ਊੜੇ ਭਾਗ ਵਿੱਚ ਹੈ ਸੰਥਾਲ ਮੁੰਡਾ ਜਾਤੀ, ਗੈਰ ਕਬਾਇਲੀ, ਛੋਟਾ ਨਾਗਪੁਰ, ਕਿਸਾਨ, ਪ੍ਰਮੁੱਖ ਵਿਦਰੋਹ। ਅਤੇ ਐੜੇ ਭਾਗ ਦੇ ਵਿੱਚ ਸਾਨੂੰ ਸਾਡੇ ਲਈ ਚੋਇਸ ਦਿੱਤੀਆਂ ਹੋਈਆਂ ਹਨ ਕਿ ਬਿਰਸਾ ਮੁੰਡਾ, ਕਬੀਲਾ, ਵਿਦਰੋਹ, ਧਰਨਾ ਦਿੱਤਾ, ਰਾਂਚੀ ਦਾ ਦੱਖਣੀ ਇਲਾਕਾ, ਜ਼ਮੀਨਾਂ ਦੇ ਹੱਕ। ਇਹਨਾਂ ਦੇ ਨਾਲ ਅਸੀਂ ਇਹਨਾਂ ਨੂੰ ਮੈਚ ਕਰਨਾ ਹੈ, ਮਿਲਾਨ ਕਰਨਾ ਹੈ। ਸਭ ਤੋਂ ਪਹਿਲਾ ਹੈ ਸੰਥਾਲ, ਤਾਂ ਇਸ ਦਾ ਅਸੀਂ ਮਿਲਾਨ ਕਰਾਂਗੇ ਕਬੀਲਾ। ਫਿਰ ਸਾਡੇ ਪਾਸ ਹੈ ਮੁੰਡਾ ਜਾਤੀ, ਤਾਂ ਇਸ ਦਾ ਮਿਲਾਨ ਆਵੇਗਾ ਬਿਰਸਾ ਮੁੰਡਾ ਨਾਲ। ਉਸ ਤੋਂ ਅੱਗੇ ਸਾਡੇ ਕੋਲੇ ਹੈ ਗੈਰ ਕਬਾਇਲੀ, ਤਾਂ ਇੱਥੇ ਅਸੀਂ ਮਿਲਾਨ ਕਰਾਂਗੇ ਐੜੇ ਭਾਗ ਦੇ ਧਰਨਾ ਦਿੱਤਾ ਨਾਲ। ਫਿਰ ਸਾਡੇ ਪਾਸ ਹੈ ਛੋਟਾ ਨਾਗਪੁਰ, ਤਾਂ ਇਸ ਦਾ ਅਸੀਂ ਐੜੇ ਭਾਗ ਨਾਲ ਮਿਲਾਨ ਵਿਦਰੋਹ ਨਾਲ ਕਰਾਂਗੇ। ਫਿਰ ਸਾਡੇ ਪਾਸ ਹੈ ਊੜੇ ਭਾਗ ਦੇ ਵਿੱਚ ਛੋਟੇ ਕਿਸਾਨ, ਤਾਂ ਇਸ ਦਾ ਅਸੀਂ ਮਿਲਾਨ ਜ਼ਮੀਨਾਂ ਦੇ ਹੱਕ ਐੜਾ ਭਾਗ ਦੇ ਨਾਲ ਕਰਾਂਗੇ। ਫਿਰ ਸਾਡੇ ਕੋਲ ਅਖੀਰ 'ਤੇ ਦਿੱਤਾ ਹੋਇਆ ਹੈ ਪ੍ਰਮੁੱਖ ਵਿਦਰੋਹ, ਤਾਂ ਇਸ ਦਾ ਅਸੀਂ ਮਿਲਾਨ ਬੱਚਿਓ ਐੜੇ ਭਾਗ ਦੇ ਰਾਂਚੀ ਦਾ ਦੱਖਣੀ ਇਲਾਕਾ ਨਾਲ ਕਰਾਂਗੇ। ਉਸ ਤੋਂ ਅੱਗੇ ਸਾਡੇ ਪਾਸ ਹੈ ਕਿ ਅਸੀਂ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਉਣਾ ਹੈ। ਤਾਂ ਇਸ ਵਿੱਚ ਸਭ ਤੋਂ ਪਹਿਲਾਂ ਆਪਣੇ ਪਾਸ ਹੈ ਅੰਗਰੇਜ਼ੀ ਰਾਜ ਵਿਰੁੱਧ ਹੋਏ ਸੰਥਾਲ ਵਿਦਰੋਹਾਂ ਵਾਂਗ ਮੁੰਡਾ ਜਾਤੀ ਦਾ ਵਿਦਰੋਹ ਵੀ ਬਹੁਤ ਮਹੱਤਵਪੂਰਨ ਸੀ, ਤਾਂ ਇਹ ਹੈ ਸਹੀ। ਇਸ 'ਤੇ ਅਸੀਂ ਸਹੀ ਦਾ ਨਿਸ਼ਾਨ ਲਾਵਾਂਗੇ। ਫਿਰ ਨੰਬਰ 2 'ਤੇ ਹੈ ਮੁੰਡਾ ਜਾਤੀ ਦੇ ਲੋਕ ਮੱਧ ਪ੍ਰਦੇਸ਼ ਇਲਾਕੇ ਦਾ ਇੱਕ ਪ੍ਰਸਿੱਧ ਕਬੀਲਾ ਸੀ, ਤਾਂ ਇਸ ਦਾ ਉੱਤਰ ਹੋਵੇਗਾ ਗਲਤ, ਕਿਉਂਕਿ ਬਿਹਾਰ ਇਲਾਕੇ ਦਾ ਕਬੀਲਾ ਸੀ।
ਫਿਰ ਨੰਬਰ 3 ਤੇ ਹੈ ਮੁੰਡਾ ਜਾਤੀ ਦੇ ਲੋਕ ਬਿਰਸਾ ਮੁੰਡਾ ਨੂੰ ਪਰਮਾਤਮਾ ਦਾ ਦੂਤ ਮੰਨਦੇ ਸਨ, ਤਾਂ ਇਹ ਬਿਲਕੁਲ ਸਹੀ ਹੈ। ਫਿਰ ਸਾਡੇ ਪਾਸ ਹੈ 4 ਨੰਬਰ ਤੇ ਬਿਰਸਾ ਮੁੰਡਾ ਸ਼ਾਹੂਕਾਰਾਂ ਅਤੇ ਜ਼ਮੀਂਦਾਰਾਂ ਨੂੰ ਬਹੁਤ ਪਿਆਰ ਕਰਦਾ ਸੀ, ਇਹ ਗਲਤ ਹੈ। ਫਿਰ ਨੰਬਰ 5 ਤੇ ਹੈ ਸਾਡੇ ਪਾਸ ਕਿ ਬਿਰਸਾ ਮੁੰਡਾ ਨੇ ਮੁੰਡਾ ਜਾਤੀ ਨਾਲ ਸੰਬੰਧਿਤ ਲੋਕਾਂ ਨੂੰ ਕਿਹਾ ਕਿ ਉਹ ਜ਼ਮੀਂਦਾਰਾਂ ਨੂੰ ਬਣਦਾ ਪੂਰਾ ਟੈਕਸ ਦੇਣ ਜਾਂ ਕਰ ਦੇਣ, ਤਾਂ ਇਹ ਬਿਲਕੁਲ ਗਲਤ ਹੈ, ਕਿਉਂਕਿ ਬਿਰਸਾ ਮੁੰਡਾ ਇਹਨਾਂ ਸਭ ਦਾ ਵਿਰੋਧ ਕਰਦਾ ਸੀ। ਸੋ ਹੁਣ ਸਾਡੇ ਕੋਲੇ ਕੁਝ ਯਾਦ ਰੱਖਣ ਯੋਗ ਗੱਲਾਂ ਹਨ। ਕਬਾਇਲੀ ਸਮਾਜ, ਆਦਿਵਾਸੀ ਲੋਕ ਜੋ ਕਬੀਲਿਆਂ ਵਿੱਚ ਰਹਿੰਦੇ ਸਨ ਨੂੰ ਕਬਾਇਲੀ ਸਮਾਜ ਕਿਹਾ ਜਾਂਦਾ ਸੀ। ਇਹਨਾਂ ਦਾ ਵੱਡਾ ਹਿੱਸਾ ਰਾਜਸਥਾਨ, ਗੁਜਰਾਤ, ਬਿਹਾਰ, ਉੜੀਸਾ ਅਤੇ ਮੱਧ ਪ੍ਰਦੇਸ਼ ਵਿੱਚ ਰਹਿੰਦਾ ਸੀ। ਫਿਰ ਸਾਡੇ ਪਾਸ ਹੈ ਅੰਗਰੇਜ਼ੀ ਸਾਮਰਾਜ ਦੀਆਂ ਆਰਥਿਕ ਅਤੇ ਸਮਾਜਿਕ ਤਬਦੀਲੀਆਂ ਦਾ ਜ਼ਿਆਦਾ ਪ੍ਰਭਾਵ ਕਬਾਇਲੀ ਸਮਾਜ ਦੀ ਆਰਥਿਕ ਦਸ਼ਾ ਉੱਪਰ ਪਿਆ। ਫਿਰ ਨੰਬਰ 3 ਤੇ ਹੈ ਸਾਡੇ ਕੋਲੇ ਕਬਾਇਲੀ ਸਮਾਜ ਦੇ ਖਾਸੀਸ, ਸਿੰਘਫੋਸ, ਨਾਗਾ ਅਤੇ ਕੁਕੀ ਕਬੀਲਿਆਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤੇ, ਪਰ ਬਰਤਾਨਵੀ ਹਕੂਮਤ ਨੇ ਇਹਨਾਂ ਨੂੰ ਆਪਣੀ ਸ਼ਕਤੀ ਜਾਂ ਤਾਕਤ ਨਾਲ ਦਬਾ ਦਿੱਤਾ। ਫਿਰ ਹੈ ਸਾਡੇ ਪਾਸ ਛੋਟਾ ਨਾਗਪੁਰ ਵਿੱਚ ਮੁੰਡਾ ਕਬੀਲੇ ਵੱਲੋਂ ਵਿਦਰੋਹ ਕੀਤਾ ਗਿਆ ਅਤੇ ਕੋਲ ਕਬੀਲਾ ਵੀ ਇਸ ਵਿੱਚ ਸ਼ਾਮਿਲ ਹੋ ਗਿਆ। 1846 ਈਸਵੀ ਵਿੱਚ ਖਰੋਦ ਕਬੀਲੇ ਵੱਲੋਂ ਵਿਦਰੋਹ ਕੀਤਾ ਗਿਆ। ਫਿਰ ਸਾਡੇ ਕੋਲ ਲਾਸਟ ਪੁਆਇੰਟ ਹੈ ਬਿਰਸਾ ਮੁੰਡਾ ਵਿਦਰੋਹ ਦੇ ਪ੍ਰਭਾਵ ਹੇਠ ਅੰਗਰੇਜ਼ੀ ਸਰਕਾਰ ਨੇ ਛੋਟੇ ਕਿਸਾਨਾਂ ਨੂੰ ਜ਼ਮੀਨਾਂ ਦੇਣ ਦੇ ਹੱਕ ਵਿੱਚ ਛੋਟਾ ਨਾਗਪੁਰ ਐਕਟ 1908 ਈਸਵੀ ਵਿੱਚ ਪਾਸ ਕਰ ਦਿੱਤਾ। ਲੋਕ ਬਿਰਸਾ ਮੁੰਡਾ ਦੀ ਪੂਜਾ ਕਰਨ ਲੱਗ ਪਏ। ਇਸ ਤਰ੍ਹਾਂ ਬੱਚਿਓ, ਆਪਾਂ ਨੇ ਇਸ ਪੂਰੇ ਪਾਠ ਨੂੰ 4 ਭਾਗਾਂ ਵਿੱਚ ਵੰਡਿਆ ਕਿ ਸਾਨੂੰ ਇਸ ਪਾਠ ਦੀ ਚੰਗੀ ਤਰ੍ਹਾਂ ਸਮਝ ਆ ਜਾਵੇ ਅਤੇ ਅਸੀਂ ਆਪਣੇ ਕਬਾਇਲੀ ਸਮਾਜ ਬਾਰੇ ਕੁਝ ਜਾਣ ਸਕੀਏ, ਉਹਨਾਂ ਦੀ ਹੋਂਦ ਬਾਰੇ ਸਾਨੂੰ ਪਤਾ ਲੱਗ ਸਕੇ ਕਿ ਉਹ ਵੀ ਅੰਗਰੇਜ਼ਾਂ ਦੀਆਂ ਗਲਤ ਨੀਤੀਆਂ ਤੋਂ ਤੰਗ ਸਨ ਅਤੇ ਉਹਨਾਂ ਨੇ ਇਸ ਦਾ ਵਿਦਰੋਹ ਦੇ ਰੂਪ ਵਿੱਚ ਕਰਕੇ ਸਾਨੂੰ ਇਹ ਜਤਾ ਦਿੱਤਾ ਸੀ ਕਿ ਅਸੀਂ ਵੀ ਆਜ਼ਾਦੀ ਦੇ ਸੰਘਰਸ਼ ਵਿੱਚ ਓਨੇ ਹੀ ਬਾਕੀ ਦੇਸ਼ ਵਾਸੀਆਂ ਨਾਲ ਹਾਂ। ਸੋ ਇਸ ਪਾਠ ਵਿੱਚ ਵਿਦਿਆਰਥੀਓ, ਆਪਾਂ ਨੇ ਅੰਗਰੇਜ਼ਾਂ ਦਾ ਕਬਾਇਲੀ ਸਮਾਜ ਪ੍ਰਤੀ ਰਵੱਈਆ ਵੀ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਇਸ ਪਾਠ ਦੇ ਨਾਲ ਅਸੀਂ ਆਪਣੇ ਦੇਸ਼ ਨਾਲ ਹੋਰ ਜੁੜੇ ਉਹਨਾਂ ਭਾਗਾਂ ਨਾਲ ਜਾਂ ਉਹਨਾਂ ਕਬੀਲਿਆਂ ਨਾਲ ਅਸੀਂ ਜੁੜ ਕੇ ਇਹ ਜਾਣਕਾਰੀ ਹਾਸਲ ਕੀਤੀ ਕਿ ਉਹਨਾਂ ਦਾ ਰਹਿਣ ਸਹਿਣ ਕਿਵੇਂ ਦਾ ਸੀ। ਸੋ ਪਿਆਰੇ ਵਿਦਿਆਰਥੀਓ, ਮੈਨੂੰ ਆਸ ਹੈ ਕਿ ਤੁਹਾਨੂੰ ਇਹ ਪਾਠ ਸਮਝ ਆ ਗਿਆ ਹੋਵੇਗਾ ਔਰ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਤੁਸੀਂ ਇਸ ਪੂਰੇ ਪਾਠ ਦੀ ਦੁਹਰਾਈ ਕਰ ਲੈਣੀ ਹੈ। ਆਪਾਂ ਨੇ ਇੱਕ ਆਦਤ ਬਣਾਉਣੀ ਹੈ ਕਿ ਅਸੀਂ ਜੋ ਸਿੱਖਿਆ ਹੈ ਉਸ ਨੂੰ ਜਾਣੀਏ, ਫਿਰ ਉਸ ਨੂੰ ਆਪਣੇ ਕਲਮ 'ਤੇ ਲਿਆ ਕੇ ਆਪਣੀ ਕਾਪੀਆਂ 'ਚ ਨੋਟ ਕਰੀਏ ਅਤੇ ਪਾਠ ਦੇ ਅਖੀਰ ਵਿੱਚ ਜੋ ਸਾਨੂੰ ਅਭਿਆਸ ਪ੍ਰਸ਼ਨ ਉੱਤਰ ਦਿੱਤੇ ਗਏ ਹਨ, ਖਾਲੀ ਸਥਾਨ, ਸਹੀ ਗਲਤ ਨੂੰ ਵੀ ਆਪਾਂ ਆਪਣੀਆਂ ਕਾਪੀਆਂ ਵਿੱਚ ਸੁੰਦਰ ਲਿਖਾਈ ਵਿੱਚ ਲਿਖਣਾ ਹੈ ਅਤੇ ਉਹਨਾਂ ਨੂੰ ਯਾਦ ਕਰਨਾ ਹੈ, ਅਤੇ ਤਾਂ ਜੋ ਅਸੀਂ ਜਦੋਂ ਸਾਡੇ ਸਾਲਾਨਾ ਇਮਤਿਹਾਨ ਆਉਣਗੇ ਉਹਨਾਂ ਦੇ ਵਿੱਚ ਅਸੀਂ ਉਹਨਾਂ ਦਾ ਉੱਤਰ ਦੇ ਕੇ ਵਧੀਆ ਨੰਬਰ ਲੈ ਸਕੀਏ। ਅਤੇ ਇਸ ਦੇ ਲਈ ਅੱਜ ਜ਼ਰੂਰੀ ਹੈ ਕਿ ਅਸੀਂ ਆਪਣਾ ਇਹ ਸਾਰਾ ਕੰਮ ਆਪਣੀਆਂ ਕਾਪੀਆਂ 'ਤੇ ਲਿਖ ਕੇ ਆਪਣੇ ਅਧਿਆਪਕ ਸਾਹਿਬਾਨ ਨੂੰ ਚੈੱਕ ਕਰਵਾਈਏ ਅਤੇ ਸਾਡਾ ਜੇ ਕੋਈ ਡਾਊਟ ਹੈ ਤਾਂ ਉਹਨਾਂ ਤੋਂ ਅਸੀਂ ਕਲੀਅਰ ਕਰ ਲਈਏ। ਅਤੇ ਮੈਨੂੰ ਆਸ ਹੀ ਨਹੀਂ, ਮੈਨੂੰ ਭਰੋਸਾ ਹੈ ਮੇਰੇ ਵਿਦਿਆਰਥੀਆਂ 'ਤੇ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਸ ਪਾਠ ਨੂੰ ਚੰਗੀ ਤਰ੍ਹਾਂ ਆਪਣੀਆਂ ਕਾਪੀਆਂ 'ਤੇ ਨੋਟ ਕਰਨਗੇ।
ਆਪ ਸਭ ਦਾ ਬਹੁਤ ਬਹੁਤ ਧੰਨਵਾਦ।